ਈਸ਼ਵਰ ਨੇ ਸੰਸਾਰ ਦੀ ਰਚਨਾ ਇਸ ਲਈ ਕੀਤੀ ਕਿ ਮਨੁੱਖ ਮਿਹਨਤ ਕਰ ਸਕੇ ਅਤੇ ਧਰਮ ਦੇ ਮਾਰਗ ਤੇ ਚੱਲ ਸਕੇ। ਮਿਹਨਤ ਅਤੇ ਤਪ ਦੇ ਇਸ ਮਾਰਗ ਉੱਤੇ ਚੱਲਦੇ ਹੋਏ ਉਹ ਨੱਚੇ, ਹੱਸੇ ਅਤੇ ਆਨੰਦ ਦੇ ਸਾਗਰ ਵਿੱਚ ਡੁਬਕੀ ਲਗਾਏ। ਪਰ ਇਹ ਹਸੀ, ਇਹ ਆਨੰਦ ਕਦੋਂ ਸੰਭਵ ਹੈ? ਜਦੋਂ ਬੁੱਧੀ ਆਵੇਗੀ। ਇਸ ਲਈ ਗਾਇਤਰੀ ਮੰਤਰ ਵਿੱਚ ਅਸੀਂ ਭਗਵਾਨ ਤੋਂ ਪ੍ਰਾਰਥਨਾ ਕਰਦੇ ਹਾਂ ਕਿ ਸਾਡੀ ਬੁੱਧੀ ਨੂੰ ਸ਼੍ਰੇਸ਼ਟ ਮਾਰਗ ਤੇ ਚੱਲਣ ਦੀ ਪ੍ਰੇਰਨਾ ਦੇਵੇ। ਪੰਡਿਤ ਸ਼੍ਰੀ ਰਾਮ ਸ਼ਰਮਾ ਆਚਾਰਿਆ। ਪੁਸਤਕ ਦਾ ਨਾਮ ਯੱਗ ਪਿਤਾ ਗਾਇਤਰੀ ਮਾਤਾ। ਇਸ ਪੁਸਤਕ ਵਿੱਚ ਚਰਚਾ ਦੇ ਰੂਪ ਵਿੱਚ ਸ਼ੰਕਾ ਦਾ ਸਮਾਧਾਨ ਕਰਦੇ ਹੋਏ ਲੇਖਕ ਸਮਝਾਉਂਦੇ ਹਨ ਕਿ ਯੱਗ ਅਤੇ ਗਾਇਤਰੀ ਸਾਡੀ ਦੇਵ ਸੰਸਕ੍ਰਿਤੀ ਦੇ ਮੂਲ ਆਧਾਰ ਹਨ। ਯੱਗ ਨੂੰ ਪਿਤਾ ਅਤੇ ਗਾਇਤਰੀ ਨੂੰ ਉਸਦੀ ਮਾਤਾ ਕਿਹਾ ਗਿਆ ਹੈ। ਉਹਨਾਂ ਦੇ ਬਿਨਾਂ ਤਾਂ ਸਾਡੀ ਹੋਂਦ ਹੀ ਸਮਾਪਤ ਹੋ ਜਾਵੇਗੀ। ਚਾਰੋਂ ਪਾਸੇ ਵਿਆਪਤ ਰਾਖਸ਼ਸੀ ਸ਼ਕਤੀਆਂ ਨੂੰ, ਲੋਭ, ਲਾਲਚ ਅਤੇ ਮੋਹ ਦੀਆਂ ਪਸ਼ੂ ਪ੍ਰਵਿਰਤੀਆਂ ਨੂੰ, ਪਰਿਵਾਰਕ, ਸਮਾਜਿਕ ਅਤੇ ਰਾਸ਼ਟਰੀ ਅਰਾਜਕਤਾ ਅਤੇ ਅਪਰਾਧਿਕ ਬੁਰਾਈਆਂ ਨੂੰ ਪੂਰੀ ਤਰ੍ਹਾਂ ਨਸ਼ਟ ਕਰਨ ਲਈ ਯੱਗ ਅਤੇ ਗਾਇਤਰੀ ਹੀ ਅਮੋਘ ਬ੍ਰਹਮਅਸਤਰ ਹੈ। ਇਹਨਾਂ ਦੋਹਾਂ ਨੂੰ ਭੁੱਲ ਜਾਣ ਦੇ ਕਾਰਨ ਹੀ ਭਾਰਤੀ ਸਮਾਜ ਦੀ ਅੱਜ ਇੰਨੀ ਦੁਰਦਸ਼ਾ ਹੋ ਰਹੀ ਹੈ। ਲੇਖਕ ਨੇ ਆਖਮ ਦ੍ਰਿਸ਼ਟੀ ਤੋਂ ਇਸ ਸੱਚਾਈ ਨੂੰ ਬਹੁਤ ਪਹਿਲਾਂ ਹੀ ਪਛਾਣ ਲਿਆ ਸੀ। ਪਸ਼ੂਤਾ ਦੀ ਭਾਵਨਾਵਾਂ ਅਤੇ ਬੁਰੀ ਆਦਤਾਂ ਦੀ ਦੁਰਗੰਧ ਭਰੀ ਦਲਦਲ ਵਿੱਚ ਗਲੇ ਤੱਕ ਡੁੱਬੇ ਹੋਏ ਮਨੁੱਖ ਨੂੰ ਦੇਖ ਕੇ ਵੀ ਉਹਨਾਂ ਨੂੰ ਕਦੇ ਨਿਰਾਸ਼ਾ ਜਾਂ ਹਤਾਸ਼ਾ ਦਾ ਅਨੁਭਵ ਨਹੀਂ ਹੋਇਆ। ਉਹਨਾਂ ਨੇ ਸਪਸ਼ਟ ਤੌਰ ਤੇ ਘੋਸ਼ਣਾ ਕੀਤੀ ਸੀ ਕਿ ਮਨੁੱਖ ਪਰਮਾਤਮਾ ਦਾ ਰਾਜਕੁਮਾਰ ਹੈ, ਅਲੌਕਿਕ क्षमताਵਾਂ ਤੋਂ ਪੂਰਨ ਹੈ, ਦੇਵਤਾ ਹੈ। ਉਹ ਸਿਰਫ ਹਾਲਾਤਾਂ ਦੇ ਕਾਰਨ ਆਪਣੇ ਉਦੇਸ਼ ਤੋਂ ਭਟਕ ਗਿਆ ਹੈ। ਸਦਬੁੱਧੀ ਦੇ ਜਾਗਰਣ ਨਾਲ ਇਹ ਖੁਦ ਇਹਨਾਂ ਸਮੱਸਿਆਵਾਂ ਤੋਂ ਸਫਲਤਾਪੂਰਵਕ ਜੂਝ ਸਕਦਾ ਹੈ। ਪੁਸਤਕ ਦੇ ਕੁਝ ਪ੍ਰਸ਼ਨ। ਅਸੀਂ ਪ੍ਰਾਰਥਨਾ ਵਿੱਚ ਕੀ ਕਹਿੰਦੇ ਹਾਂ? ਯੱਗ ਦੇਵਤਾ ਦੇ ਸਾਹਮਣੇ ਕੀ ਨਿਵੇਦਨ ਕਰਦੇ ਹਾਂ? ਉਹਨਾਂ ਤੋਂ ਕੀ ਮੰਗਦੇ ਹਾਂ? ਅਸੀਂ ਯੱਗ ਕਿਉਂ ਕਰੀਏ? ਵੇਦ ਅਤੇ ਸੱਚ ਦਾ ਆਚਰਣ ਕਿਉਂ ਕਰੀਏ? ਗਾਇਤਰੀ ਮਾਤਾ ਸਾਨੂੰ ਸਭ ਕੁਝ ਕਿਵੇਂ ਦਿੰਦੀ ਹੈ? ਕਿ ਸਿਰਫ ਜਪ ਕਰਨ ਨਾਲ, ਮਾਲਾ ਫੇਰਨ ਨਾਲ? ਕੀ ਪਰਮੇਸ਼ਵਰ ਇਸ ਪ੍ਰਸ਼ੰਸਾ ਦਾ ਭੁੱਖਾ ਹੈ? ਕਿ ਉਸ ਨੂੰ ਝੂਠੀ ਪ੍ਰਸ਼ੰਸਾ ਕਰਨ ਵਾਲੇ ਚਾਪਲੂਸਾਂ ਦੀ ਜ਼ਰੂਰਤ ਹੈ? ਮੰਤਰ ਫਲੀਭੂਤ ਕਿਵੇਂ ਹੁੰਦਾ ਹੈ? ਉਪਾਸਨਾ ਕਿਵੇਂ ਕਰੀਏ? ਇਹਨਾਂ ਸਾਰੇ ਸਵਾਲਾਂ ਦਾ ਜਵਾਬ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੈ ਇਹ ਪੁਸਤਕ, ਜੋ ਦੱਸਦੀ ਹੈ ਕਿ ਯੱਗ ਇੱਕ ਪ੍ਰਯੋਗ ਕਰਨ ਵਾਲਾ ਵਿਗਿਆਨ ਹੈ। ਯੱਗ ਸਾਡੇ ਸੰਸਾਰ ਦੇ ਪਰਿਆਵਰਣ ਨੂੰ ਸੰਤੁਲਿਤ ਰੱਖਦਾ ਹੈ, ਰੋਗਾਂ ਨੂੰ ਦੂਰ ਕਰਦਾ ਹੈ ਅਤੇ ਬਲਵਰਧਕ ਹੈ। ਸ਼੍ਰੇਸ਼ਟ ਦੇਵੀ ਤੱਤਾਂ ਵਿੱਚ ਵਾਧਾ ਕਰਦਾ ਹੈ। ਸਿਰਫ ਯੱਗ ਅਗਨੀਹੋਤਰੂ ਕਰਮ ਕਾਂਡ ਹੀ ਨਹੀਂ ਹੈ, ਉਹ ਤਾਂ ਪਰਮਾਤਮਾ ਦੇ ਅਨੁਸ਼ਾਸਨ ਵਿੱਚ ਭਾਵਨਾ, ਵਿਚਾਰਾਂ, ਪਦਾਰਥ ਅਤੇ क्रिया ਦੇ ਸੰਯੋਗ ਨਾਲ ਉਤਪੰਨ ਹੋਣ ਵਾਲਾ ਇੱਕ ਅਦਭੁਤ ਉਦਮ ਹੈ। ਯੱਗ ਤੋਂ ਹੀ ਚਾਰੋਂ ਵੇਦਾਂ ਦੀ ਉਤਪਤੀ ਹੋਈ ਹੈ। ਯਜੁਰਵੇਦ ਵਿੱਚ ਤਾਂ ਵਿਸ਼ੇਸ਼ ਤੌਰ ਤੇ ਯੱਗ ਦੀ ਮਹਿਮਾ ਦਾ ਵਰਣਨ ਹੈ। ਔਸ਼ਧ ਵਿਗਿਆਨ ਵਿੱਚ ਚਰਕ ਸੰਹਿਤਾ ਵਿੱਚ ਯੱਗ ਤੋਂ ਉਪਚਾਰ ਦਾ ਵਿਸਤ੍ਰਿਤ ਵਿਧਾਨ ਹੈ। ਯੱਗ ਤੋਂ ਸਿਹਤ ਤਾਂ ਠੀਕ ਰਹਿੰਦੀ ਹੀ ਹੈ, ਪਰਮਾਰਥ ਦਾ ਪੁੰਨ ਵੀ ਮਿਲਦਾ ਹੈ। ਪੁਸਤਕ ਦੀ ਜਾਣਕਾਰੀ। ਜੀਵਨ ਅਗਨੀ ਦੀ ਦੋ ਸ਼ਕਤੀਆਂ ਸਵਾਹਾ ਅਤੇ ਸਵਧਾ। ਸਵਾਹਾ ਦਾ ਅਰਥ ਹੈ ਆਤਮ ਤਿਆਗ ਅਤੇ ਆਪਣੇ ਨਾਲ ਲੜਨ ਦੀ ਤਾਕਤ। ਸਵਧਾ ਮਤਲਬ ਜੀਵਨ ਵਿਵਸਥਾ ਵਿੱਚ ਆਤਮ ਗਿਆਨ ਨੂੰ ਧਾਰਨ ਕਰਨ ਦੀ ਹਿੰਮਤ। ਭਾਵੇਂ ਜਿੰਨੀ ਮਾਲਾ ਫੇਰੋ, ਪਰ ਕੁਝ ਵੀ ਮਿਲਣ ਵਾਲਾ ਨਹੀਂ। ਇਹ ਮਿਲੇਗਾ ਉਦੋਂ ਜਦੋਂ ਗਾਇ ਦੇ ਭਾਵ ਅਰਥ ਨੂੰ ਭਲੀ ਭਾਂਤ ਹਿਰਦੇ ਵਿੱਚ ਧਾਰਨ ਕੀਤਾ ਜਾਵੇਗਾ। ਉਸੇ ਮੁਤਾਬਕ ਜੀਵਨ ਜੀਆ ਜਾਵੇਗਾ। ਇਹ ਸਭ ਕੁਝ ਯੱਗ ਤੋਂ ਮਿਲਦਾ ਹੈ ਅਤੇ ਗਾਇਤਰੀ ਮੰਤਰ ਤੋਂ ਵੀ। ਅਤੇ ਜੇਕਰ ਯੱਗ ਗਾਇਤਰੀ ਮੰਤਰ ਤੋਂ ਹੋਵੇਗਾ ਤਾਂ ਸਮਝੋ ਸੋਨੇ ਤੇ ਸੁਹਾਗਾ ਹੋ ਗਿਆ। ਭੁਵ ਸਵਹ ਤੋਂ ਜੋ ਅਨੇਕ ਸੰਕੇਤ ਸਾਨੂੰ ਮਿਲਦੇ ਹਨ, ਉਹਨਾਂ ਦਾ ਨਿਚੋੜ ਹੈ ਸੱਚ, ਪ੍ਰੇਮ ਅਤੇ ਨਿਆਂ। ਇਹਨਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਨਿਰੰਤਰ ਯਤਨ ਕਰਦੇ ਰਹਿਣਾ ਚਾਹੀਦਾ ਹੈ। ਤਾਂ ਹੀ ਦੁੱਖਾਂ ਦਾ ਨਾਸ਼ ਹੋਵੇਗਾ ਅਤੇ ਸੁੱਖਾਂ ਆਨੰਦ ਦੀ ਵਰਖਾ ਹੋਏਗੀ। ਆਪਣੇ ਅਧਿਕਾਰ ਖੇਤਰ ਦੀ ਸ਼੍ਰੇਸ਼ਟ ਵਸਤਾਂ ਨੂੰ ਦੇਵ ਕਾਰਜਾਂ ਅਤੇ ਪਰਮਾਰਥ ਦੇ ਲਈ ਅਰਪਣ ਕਰ ਦੇਣਾ ਯੱਗ ਹੈ। ਯੱਗ ਅਲੌਕਿਕ ਅਨੁਸ਼ਾਸਨ ਵਿੱਚ ਕੀਤਾ ਗਿਆ ਸ਼੍ਰੇਸ਼ਟ ਕਰਮ ਹੈ। ਯੱਗ ਤੋਂ ਮਤਲਬ ਦੈਵੀ ਸ਼ਕਤੀਆਂ ਦੀ ਆਰਾਧਨਾ, ਉਪਾਸਨਾ, ਉਹਨਾਂ ਦੀ ਨੇੜਤਾ, ਸੰਗਤ ਅਤੇ ਆਪਣੀ ਸਮਝੀਆਂ ਜਾਣ ਵਾਲੀ ਵਸਤੂਆਂ ਨੂੰ ਉਹਨਾਂ ਨੂੰ ਅਰਪਣ ਕਰਨਾ। ਦੇਵਗੁਣ ਸੰਪੰਨ ਚੰਗੇ ਪੁਰਖਾਂ ਦੀ ਸੇਵਾ ਅਤੇ ਸੰਗਤ ਤੇ ਸਹਿਯੋਗ ਕਰਨਾ ਵੀ ਯੱਗ ਹੈ। ਵੱਡਿਆਂ ਦਾ ਆਦਰ, ਬਰਾਬਰ ਵਾਲਿਆਂ ਨਾਲ ਦੋਸਤੀ ਅਤੇ ਛੋਟਿਆਂ ਦੀ ਸਹਾਇਤਾ ਕਰਨਾ ਯੱਗ ਹੈ। ਤਿਆਗ ਦੀ ਭਾਵਨਾ ਹੀ ਯੱਗ ਦੀ ਅਸਲੀ ਪ੍ਰੇਰਣਾ ਹੈ। ਆਪਣੇ ਲਈ ਨਹੀਂ, ਦੂਜਿਆਂ ਦੇ ਲਈ ਵੀ ਆਪਣੀ ਪ੍ਰਤਿਭਾ ਅਤੇ ਸਮਰੱਥਾ ਦਾ ਉਪਯੋਗ ਕਰੀਏ। ਇਹੀ ਦੇਵ ਪੂਜਨ ਹੈ, ਦਾਨ ਹੈ।
ਗਾਇਤਰੀ ਸਦਬੁੱਧੀ ਦੀ ਇੱਕ ਵਿਚਾਰਾਂ ਦੀ ਦੇਵੀ ਹੈ। ਇਸ ਲਈ ਕਹਿੰਦੇ ਹਾਂ ਕਿ ਗਾਇਤਰੀ ਤੋਂ ਹੀ ਸ੍ਰਿਸ਼ਟੀ ਦੀ ਰਚਨਾ ਹੋਈ ਹੈ। ਉਹੀ ਇਸ ਦੀ ਪਾਲਨਹਾਰ, ਨਿਆਮਕ ਹੈ, ਨਿਯੰਤਰਕ ਹੈ। ਤਦ ਹੀ ਤਾਂ ਮਾਤਾ ਦੀ ਪਦਵੀ ਤੇ ਵਿਰਾਜਮਾਨ ਹੈ। ਇਸ ਨੂੰ ਤ੍ਰਿਪਦਾ ਗਾਇਤਰੀ ਕਹਿੰਦੇ ਹਾਂ। ਇਸ ਵਿੱਚ 3 ਦੀ ਬਹੁਤ ਮਹਿਮਾ ਹੈ। ਇਹਨਾਂ 3 ਚਰਨਾਂ ਦਾ ਪਾਰ ਬ੍ਰਹਮ ਦਾ ਵਿਚਾਰ ਕਰਦੇ ਹੋਏ ਈਸ਼ਵਰ ਦੀ 3 ਸਰਵਉੱਚ ਵਿਸ਼ੇਸ਼ਤਾਵਾਂ ਸਤ, ਚਿੱਤ, ਆਨੰਦ ਦੇ ਰੂਪ ਵਿੱਚ ਪੁਕਾਰਿਆ ਗਿਆ ਹੈ। ਜੀਵਨ ਵਿੱਚ ਇਹਨਾਂ ਦੀ ਝਾਂਕੀ ਸਤ, ਸ਼ਿਵ, ਸੁੰਦਰਮ ਦੇ ਰੂਪ ਵਿੱਚ ਹੁੰਦੀ ਹੈ ਅਤੇ ਵਿਸਥਾਰ ਵਿੱਚ ਜਾਈਏ ਤਾਂ ਇਸ ਨੂੰ ਕਾਨ ਯੋਗ ਅਤੇ ਭਗਤੀ ਯੋਗ ਵੀ ਕਹਿ ਸਕਦੇ ਹਾਂ। ਸਾਡੇ ਸਥੂਲ, ਸੂਖਮ ਅਤੇ ਕਾਰਨ ਸਰੀਰ ਤਿੰਨਾਂ ਨੂੰ ਪਵਿੱਤਰ ਅਤੇ ਸੋਪਨ ਵਿੱਚ ਜਿਸ ਦ੍ਰਿਸ਼ਟੀ, ਨੀਤੀ ਅਤੇ ਮਰਿਆਦਾ ਦੀ ਜ਼ਰੂਰਤ ਹੈ, ਉਸੇ ਨੂੰ ਕਰਮ, ਗਿਆਨ ਅਤੇ ਭਗਤੀ ਕਹਿੰਦੇ ਹਾਂ। ਆਤਮਾ ਅਤੇ ਪਰਮਾਤਮਾ ਨੂੰ ਜੋੜ ਦੇਣ ਦਾ ਬੰਨਣ ਦਾ ਕੰਮ ਯੱਗ ਅਗਨੀ ਦੁਆਰਾ ਅਜਿਹਾ ਹੁੰਦਾ ਹੈ ਜਿਵੇਂ ਲੋਹੇ ਦੇ ਟੁਕੜਿਆਂ ਨੂੰ ਵੈਲਡਿੰਗ ਦੀ ਅਗਨੀ ਜੋੜ ਦਿੰਦੀ ਹੈ। ਓਜਸ, ਤੇਜਸ, ਵਰਚਸ ਦੇ ਰੂਪ ਵਿੱਚ ਤ੍ਰਿਪਦਾ ਗਾਇਤਰੀ ਆਪਣੀ ਮਿਹਰ, ਚਮਤਕਾਰ ਅਤੇ ਵਰਦਾਨ ਸਾਧਕ ਨੂੰ ਪ੍ਰਦਾਨ ਕਰਕੇ ਨਿਹਾਲ ਕਰ ਦਿੰਦੀ ਹੈ। ਗਾਇਤਰੀ ਉਸ ਬੁੱਧੀ ਦਾ ਨਾਮ ਹੈ ਜੋ ਸਤੋਗੁਣੀ ਦੈਵੀ ਤੱਤ ਤੋਂ ਢਕੀ ਹੁੰਦੀ ਹੈ। ਸਾਤਵਿਕ ਵਿਚਾਰ ਅਤੇ ਕੰਮਾਂ ਨੂੰ ਅਪਣਾਉਣ ਤੇ ਮਨੁੱਖ ਦੀ ਹਰ ਸ਼ਕਤੀ ਦੀ ਰੱਖਿਆ ਕਰਦੀ ਹੈ। ਪੁਸਤਕ ਦੇ ਕੁਝ ਬਿੰਦੂ। ਯੱਗ ਕੀ ਹੈ? ਯੱਗ ਮਨੁੱਖ ਦੁਆਰਾ ਹੀ ਕਿਉਂ? ਯੱਗ ਦੀ ਭਾਵਨਾ ਹੀ ਦੇਵ ਪੂਜਨ ਹੈ, ਦਾਨ ਹੈ। ਮਿਹਨਤ ਵੀ ਯੱਗ ਹੈ। ਸੰਗਤੀਕਰਨ, ਸਮੂਹਕਤਾ, ਸ਼੍ਰੇਸ਼ਟ ਦੈਵੀ ਤੱਤਾਂ ਦਾ ਵਾਧਾ, ਯੱਗ ਤੋਂ ਭੌਤਿਕ ਲਾਭ, ਯੱਗ ਅਤੇ ਪਰਿਆਵਰਨ, ਯੱਗ ਤੋਂ ਨਿਰੋਗਤਾ ਅਤੇ ਰੋਗਾਂ ਤੋਂ ਛੁਟਕਾਰਾ, ਵਿਸ਼ੇਸ਼ ਯੱਗ, ਸਥਾਨ, ਸਮਾਂ,